हाँ जी, dear students, today we will start our new topic. First of all, let's read the sentences. Some sentences are being given for you. Let's read. He went to school. He went to school. ਉਹ ਸਕੂਲ ਗਿਆ। ਦੇਖੋ ਧਿਆਨ ਦੇਣਾ ਹੈ ਬਈ, ਵੈਂਟ ਵਰਬ ਦੀ ਸੈਕੰਡ ਫਾਰਮ ਲੱਗੀ ਹੈ ਬਈ। ਨੈਕਸਟ ਹੈ ਬੇਟਾ ਹੀ ਗੋਜ਼ ਟੂ ਸਕੂਲ। ਉਹ ਸਕੂਲ ਜਾਂਦਾ ਹੈ। ਇੱਥੇ ਵਰਬ ਦੀ ਫਸਟ ਫਾਰਮ ਲੱਗੀ ਹੈ। ਹੀ ਵਿਲ ਗੋ ਟੂ ਸਕੂਲ। ਹੀ ਵਿਲ ਗੋ ਟੂ ਸਕੂਲ। ਉਹ ਸਕੂਲ ਜਾਵੇਗਾ। ਵਿਲ ਹੈਲਪਿੰਗ ਵਰਬ ਲੱਗੇ ਤੇ ਗੋ ਵਰਬ ਦੀ ਫਾਰਮ ਹੈ। ਆਈ ਐਮ ਨੋਟ ਡੂਇੰਗ ਮਾਈ ਵਰਕ। ਮੈਂ ਆਪਣਾ ਕੰਮ ਨਹੀਂ ਕਰ ਰਿਹਾ ਹਾਂ। ਐਮ ਡੂ ਦੇ ਨਾਲ ਇੰਗ ਲੱਗਿਆ ਬਾਈ। ਮਾਈ ਵਰਕ। ਵਾਜ਼ ਆਈ ਗੋਇੰਗ ਟੂ ਸਕੂਲ। ਕੀ ਮੈਂ ਸਕੂਲ ਜਾ ਰਿਹਾ ਸੀ। ਨੈਕਸਟ ਹੈ ਪੁੱਤ ਆਈ ਸ਼ੈਲ ਵੀ ਗੋਇੰਗ ਟੂ ਸਕੂਲ। ਮੈਂ ਸਕੂਲ ਜਾ ਰਿਹਾ ਹੋਵਾਂਗਾ। ਤਾਂ ਇਹ ਜਿਹੜੇ ਸੈਂਟੈਂਸਿਸ ਨੇ ਬੇਟਾ, ਇਹਨਾਂ ਵਿੱਚ ਦੇਖੋ ਤੁਸੀਂ ਵੀ ਇਹ ਸੈਂਟੈਂਸ ਨੇ ਜਿਹੜੇ ਕਿਸੇ ਨਾ ਕਿਸੇ ਸਮੇਂ ਦਾ ਸਾਨੂੰ ਬੋਧ ਕਰਾ ਰਹੇ ਨੇ। ਦੇਖੋ ਜਿਵੇਂ ਇਹ ਹੈ ਪਹਿਲਾ, ਇਹ ਸਾਨੂੰ ਜਿਵੇਂ ਬੈਂਟ ਲੱਗੇ ਗਿਆ ਤਾਂ ਪਾਸਟ ਟੈਂਸ ਦਾ ਜਿਹੜਾ ਬੋਧ ਕਰਾ ਰਿਹਾ ਹੈ। ਇਹ ਪ੍ਰੈਜ਼ੈਂਟ ਦਾ ਕੋਜ਼ ਲੱਗਿਆ, ਬਿੱਲ ਲੱਗਿਆ ਬਈ, ਇਹ ਫਿਊਚਰ ਹੈ। ਤਾਂ ਆਹ ਦੇਖੋ ਆਈ ਐਮ ਕੀ ਹੈ ਡੂਇੰਗ ਮਾਈ ਵਰਕ। ਇਹ ਕੀ ਹੈ, ਇਹ ਹੈਗਾ ਪ੍ਰੈਜ਼ੈਂਟ ਕੰਟੀਨਿਊਅਸ। ਇਹ ਵਾਜ਼ ਲੱਗਿਆ ਬਈ, ਤਾਂ ਵਾਜ਼ ਮਤਲਬ ਪਾਸਟ ਕੰਟੀਨਿਊਅਸ। ਇਹ ਸ਼ੈਲ ਵੀ ਫਿਊਚਰ ਕੰਟੀਨਿਊਅਸ। ਤਾਂ ਅੱਜ ਅਸੀਂ ਆਪਣਾ ਜਿਹੜਾ ਟੌਪਿਕ ਹੈ ਉਹ ਹੈਗਾ ਟੈਂਸਸ ਬਈ। ਟੈਂਸਸ ਜਿਹੜਾ ਹੈਗਾ ਬਹੁਤ ਇੰਪੋਰਟੈਂਟ ਟੌਪਿਕ ਹੈ ਬਈ ਸਾਰਿਆਂ ਵਾਸਤੇ, ਚਾਹੇ ਉਹ 8ਵੀਂ ਕਲਾਸ ਹੈ, ਚਾਹੇ 10ਵੀਂ ਕਲਾਸ ਹੈ, +1 +2 ਸਾਰਿਆਂ ਵਾਸਤੇ ਹੈ। ਤਾਂ ਇਸ ਨੂੰ ਜਿਹੜਾ ਹੈਗਾ ਤੁਸੀਂ ਬੜੇ ਧਿਆਨ ਨਾਲ ਸੁਣਨਾ, ਠੀਕ ਹੈ। ਜੇ ਨਾ ਸਮਝ ਆਵੇ ਤਾਂ ਥੋੜ੍ਹਾ ਜਿਹਾ ਉਹਨੂੰ ਪੌਜ਼ ਕਰਕੇ ਬੈਕ ਕਰ ਲਓ, ਠੀਕ ਹੈ। ਫਿਰ ਵੀ ਗੱਲ ਨਹੀਂ ਸਮਝ ਆਉਂਦੀ ਤਾਂ ਤੁਸੀਂ ਫੋਨ 'ਤੇ ਵੀ ਕੰਟੈਕਟ ਕਰ ਸਕਦੇ ਹੋ ਵੀ ਇਹ ਗੱਲ ਕਿਵੇਂ ਹੋਈ, ਤਾਂ ਉਹਦੇ ਬਾਰੇ ਤੁਹਾਡਾ ਜਿਹੜਾ ਸਲਿਊਸ਼ਨ ਹੈ ਉਹ ਕੱਢਿਆ ਜਾਊਗਾ। ਤਾਂ ਦੇਖੋ ਆਪਾਂ ਸ਼ੁਰੂ ਕਰਦੇ ਹਾਂ ਬੇਟਾ ਅੱਗੇ। ਦੇਖੋ ਬਈ ਟੈਂਸਸ, ਟਾਈਪਸ ਆਫ ਟੈਂਸਸ। ਟੈਂਸਸ ਤੁਹਾਨੂੰ ਪਤਾ ਹੈ ਵੀ 3 ਟਾਈਪਸ ਹੁੰਦੇ ਆ। ਮੋਟੇ ਤੌਰ ਤੇ 3 ਪ੍ਰਕਾਰ ਦੇ ਟੈਂਸ ਹੁੰਦੇ ਆ। ਸਭ ਤੋਂ ਪਹਿਲਾ ਹੈਗਾ ਬਈ ਪਾਸਟ ਟੈਂਸ। ਪਾਸਟ ਦਾ ਮਤਲਬ ਹੈਗਾ ਹੈ ਭੂਤਕਾਲ। ਭੂਤਕਾਲ, ਭੂਤਕਾਲ ਦਾ ਮਤਲਬ ਹੁੰਦਾ ਬੀਤਿਆ ਸਮਾਂ। ਭੂਤਕਾਲ ਦਾ ਮਤਲਬ ਕੀ ਹੁੰਦਾ ਹੈ, ਬੀਤਿਆ ਸਮਾਂ। ਨੈਕਸਟ ਹੈ ਬੇਟਾ, ਨੈਕਸਟ ਹੈਗਾ ਵੀ ਦੇਖੋ ਪ੍ਰੈਜ਼ੈਂਟ ਟੈਂਸ। ਪ੍ਰੈਜ਼ੈਂਟ ਵਰਤਮਾਨ ਕਾਲ। ਵਰਤਮਾਨ ਕਾਲ। ਪਾਸਟ ਮਤਲਬ ਪੁਰਾਣਾ ਸਮਾਂ, ਪ੍ਰੈਜ਼ੈਂਟ ਮਤਲਬ ਜਿਹੜਾ ਹੁਣ ਆਪਾਂ ਐਟ ਪ੍ਰੈਜ਼ੈਂਟ, ਹੁਣ ਜਿਹੜਾ ਵਰਤਮਾਨ ਹੈ ਜਿਹੜਾ ਚੱਲ ਰਿਹਾ ਉਹਨੂੰ ਕੀ ਕਹਾਂਗੇ, ਵਰਤਮਾਨ। ਨੈਕਸਟ ਹੈ ਪੁੱਤ ਫਿਊਚਰ ਟੈਂਸ। ਫਿਊਚਰ ਦਾ ਮਤਲਬ ਹੁੰਦਾ ਭਵਿੱਖ। ਫਿਊਚਰ ਦਾ ਮਤਲਬ ਕੀ ਹੁੰਦਾ ਬਈ, ਭਵਿੱਖ ਕਾਲ।
ठीक है। हुण आपां वन बाय वन इन्हां टैंसेस बारे गलबात करांगे। देखो अगे तां एक गल मैं तुहाडे नाल होर करनी है भी हर टेंस भी जिहड़ा भी है, चाहे वो पास्ट है, प्रेजेंट है, ਜਾਂ ਫਿਰ ਉਹ ਫਿਊਚਰ ਹੈ, ਫਰਦਰ ਉਹਦੇ 4 ਟਾਈਪਸ ਹੁੰਦੇ ਆ। ਫਰਦਰ ਉਹਦੇ 4 ਟਾਈਪਸ ਹੁੰਦੇ ਆ। ਦੇਖੋ ਜਿਵੇਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪਾਸਟ ਦੀ। ਜਿਵੇਂ ਪਾਸਟ ਦੇ ਵਿੱਚ ਆਪਾਂ ਦੇਖੋ ਪਾਸਟ ਇੰਡੈਫੀਨਿਟ, ਪਾਸਟ ਕੰਟੀਨਿਊਅਸ, ਪਾਸਟ ਪਰਫੈਕਟ, ਪਾਸਟ ਪਰਫੈਕਟ ਕੰਟੀਨਿਊਅਸ। ਠੀਕ ਹੈ ਬਈ। ਅੱਗੇ ਅੱਗੇ ਦੇਖੋ, ਅੱਗੇ ਹੈ ਬੇਟਾ ਫਿਰ ਆਪਾਂ ਗੱਲ ਕਰਦੇ ਹਾਂ, ਆਪਾਂ ਪ੍ਰੈਜੈਂਟ ਦੀ ਗੱਲ ਕੀਤੀ। ਠੀਕ ਹੈ ਬਈ। ਤਾਂ ਪ੍ਰੈਜੈਂਟ ਦੇ ਵਿੱਚ ਵੀ ਇਹੀ ਹੈ, ਪ੍ਰੈਜੈਂਟ ਇੰਡੈਫੀਨਿਟ, ਪ੍ਰੈਜੈਂਟ ਕੰਟੀਨਿਊਅਸ, ਪ੍ਰੈਜੈਂਟ ਪਰਫੈਕਟ, ਪ੍ਰੈਜੈਂਟ ਪਰਫੈਕਟ ਕੰਟੀਨਿਊਅਸ। ਠੀਕ ਹੈ ਪੁੱਤ। ਅੱਗੇ ਨੈਕਸਟ ਹੈਗਾ ਤੁਹਾਡਾ ਬਈ ਫਿਊਚਰ ਟੈਂਸ। ਤਾਂ ਫਿਊਚਰ ਟੈਂਸ ਵੀ ਐਵੇਂ ਹੀ ਹੈ। ਦੇਖੋ ਫਿਊਚਰ ਦੇ ਵਿੱਚ ਕੀ ਕਰਿਆ, ਫਿਊਚਰ ਇੰਡੈਫੀਨਿਟ, ਫਿਊਚਰ ਕੰਟੀਨਿਊਅਸ, ਫਿਊਚਰ ਪਰਫੈਕਟ, ਫਿਊਚਰ ਪਰਫੈਕਟ ਕੰਟੀਨਿਊਅਸ। ਤਾਂ ਇਸ ਤਰ੍ਹਾਂ ਕਰਕੇ ਜਿਹੜਾ ਟੈਂਸ ਹੈ, ਮਤਲਬ ਟੈਂਸ ਦੇ ਅੱਗੇ ਪਾਰਟ ਨੇ, ਜਿਵੇਂ ਪਾਸਟ ਹੈ, ਪ੍ਰੈਜੈਂਟ ਹੈ, ਫਿਊਚਰ ਹੈ, ਅੱਗੇ ਫਰਦਰ ਉਹਦੇ 4 ਟਾਈਪਸ ਨੇ, ਉਹ ਤੁਹਾਨੂੰ ਦੱਸਤਾ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਬੇਟਾ। ਦੇਖੋ ਅੱਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੁੱਤ ਪਾਸਟ ਟੈਂਸ ਦੀ। ਪਾਸਟ ਇੰਡੈਫੀਨਿਟ ਦੇਖੋ, ਫਸਟ ਪਾਰਟ ਹੈ ਇਹਦਾ ਪਾਸਟ ਇੰਡੈਫੀਨਿਟ। ਪਾਸਟ ਇੰਡੈਫੀਨਿਟ ਬਈ, ਪਾਸਟ ਇੰਡੈਫੀਨਿਟ। ਤਾਂ ਪਾਸਟ ਇੰਡੈਫੀਨਿਟ ਦੀ ਜਿਹੜੀ ਪਹਿਚਾਣ ਹੈ, ਤੁਸੀਂ ਕਿਵੇਂ ਪਛਾਣੋਗੇ? ਤਾਂ ਉਹ ਪਛਾਣ ਕੀ ਹੈ? ਪੰਜਾਬੀ ਦੇ ਵਿੱਚ ਪਹਿਚਾਣ ਹੈਗੀ ਹੈ ਆ, ਏ, ਈ। ਪੰਜਾਬੀ ਦੇ ਵਿੱਚ ਤਾਂ ਇਹ ਪਹਿਚਾਣ ਹੈ ਬਈ। ਬਾਕ ਦੇ ਵਿੱਚ ਜੇ ਲੱਗਿਆ ਮੈਂ ਜਾਂਦਾ, ਮੈਂ ਗਿਆ, ਮੈਂ ਆਇਆ, ਮੈਂ ਸੋਇਆ, ਠੀਕ ਆ, ਉਹ ਸੋਏ। ਤਾਂ ਇਹ ਇਹਦੀ ਹੈਗੀ ਹੈ ਜਿਹੜੀ ਪਹਿਚਾਣ ਹੈ, ਪਤਾ ਲੱਗ ਜੂ ਤੁਹਾਨੂੰ। ਤੇ ਇੰਗਲਿਸ਼ ਦੇ ਵਿੱਚ ਹੁੰਦੀ ਹੈ ਬਈ ਵਰਬ ਦੀ ਸੈਕੰਡ ਫਾਰਮ, ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਅੱਗੇ। ਠੀਕ ਹੈ, ਅੱਗੇ ਆ ਜਾਓ। ਤਾਂ ਅੱਗੇ ਦੇਖੋ ਬੇਟਾ, ਤਾਂ ਅੱਗੇ ਵੀ ਇਹਦੇ ਫਰਦਰ ਟਾਈਪਸ ਹੁੰਦੀਆਂ ਨੇ। ਜਿਵੇਂ ਆਪਾਂ ਦੇਖਦੇ ਹਾਂ, ਤੁਸੀਂ ਜਿਵੇਂ ਪੋਜ਼ਿਟਿਵ ਸੈਂਟੈਂਸ ਹੈ, ਪਹਿਲਾਂ ਮਤਲਬ ਪੋਜ਼ਿਟਿਵ ਹੈ, ਸਿੰਪਲ ਹੈ, ਫਿਰ ਨੈਗੇਟਿਵ ਹੁੰਦਾ ਹੈ ਜਿਹਦੇ ਵਿੱਚ ਨਾਂਹਵਾਚਕ ਹੁੰਦਾ ਹੈ, ਇੰਟੈਰੋਗੇਟਿਵ ਹੁੰਦਾ ਹੈ ਜਿਹਦੇ ਵਿੱਚ ਆਪਾਂ ਕੀ ਗੱਲ ਕਰਦੇ ਹਾਂ, ਕੋਈ ਕੁਐਸਚਨ ਪੁੱਛਦੇ ਹਾਂ, ਜਾਂ ਫਿਰ ਨੈਗੇਟਿਵ ਇੰਟੈਰੋਗੇਟਿਵ ਵੀ ਹੁੰਦਾ ਕਈ ਵਾਰ। ਠੀਕ ਹੈ ਬਈ। ਅੱਗੇ ਆ ਜਾਓ। ਦੇਖੋ ਬੇਟਾ, ਤਾਂ ਆਪਾਂ ਹੁਣ ਗੱਲ ਕਰ ਰਹੇ ਹਾਂ ਪਾਸਟ ਇੰਡੈਫੀਨਿਟ ਟੈਂਸ ਦੀ। ਜਿਵੇਂ ਤੁਹਾਡੇ ਨਾਲ ਮੈਂ ਗੱਲ ਕੀਤੀ ਸੀ, ਪੰਜਾਬੀ ਦੇ ਵਿੱਚ ਪਹਿਚਾਣ ਹੁੰਦੀ ਹੈ ਆ, ਏ, ਈ। ਪੰਜਾਬੀ 'ਚ ਕੀ ਪਹਿਚਾਣ ਹੁੰਦੀ ਹੈ ਬਈ? ਆ, ਏ, ਈ। ਤੇ ਇੰਗਲਿਸ਼ ਦੀ ਦੇਖੋ, ਤੁਸੀਂ ਦੇਖਦੇ ਹੋ ਵਾਕ ਹੈ ਜਿਹੜਾ, ਸਿੰਪਲ ਸੈਂਟੈਂਸ ਹੈ ਜਿਹੜਾ, ਉਹਦੇ ਵਿੱਚ ਕੀ ਹੈ? ਦੇਖੋ ਸਬਜੈਕਟ ਸਭ ਤੋਂ ਪਹਿਲਾਂ, ਸਬਜੈਕਟ ਹੈ, ਵਰਬ ਦੀ ਸੈਕੰਡ ਫਾਰਮ ਹੈ, ਤੇ ਓਬਜੈਕਟ ਹੈ ਬਈ। ਸਬਜੈਕਟ ਹੈ, ਵਰਬ ਦੀ ਸੈਕੰਡ ਫਾਰਮ ਲੱਗੀ ਹੈ, ਤੇ ਓਬਜੈਕਟ। ਦੇਖੋ ਜਿਵੇਂ ਹੀ ਟੁੱਕ ਟੀ, ਹੀ ਟੁੱਕ ਟੀ। ਤਾਂ ਹੀ ਕੀ ਹੈ? ਸਬਜੈਕਟ। ਟੁੱਕ ਕੀ ਹੈ? ਵਰਬ। ਵਰਬ ਦੀ ਸੈਕੰਡ ਫਾਰਮ ਹੈ। ਦੇਖੋ ਟੇਕ ਟੁੱਕ ਟੇਕਨ, ਟੇਕ ਟੁੱਕ ਟੇਕਨ। ਟੀ ਓਬਜੈਕਟ ਹੈ। ਟੀ ਕੀ ਹੈ ਪੁੱਤ? ਓਬਜੈਕਟ। ਹੀ ਟੁੱਕ ਟੀ, ਉਸਨੇ ਚਾਹ ਪੀਤੀ। ਸ਼ੀ ਵੈਂਟ ਟੂ ਸਕੂਲ। ਦੇਖੋ ਦੂਜਾ, ਫਿਰ ਦੇਖੋ ਸ਼ੀ
ਸਬਜੈਕਟ ਹੈ ਇਹ, ਜਿਵੇਂ ਸਭ ਤੋਂ ਪਹਿਲਾਂ ਗੱਲ ਕੀਤੀ ਸਬਜੈਕਟ ਦੀ ਹੈ। ਫਿਰ ਵਰਬ ਦੀ ਫਾਰਮ ਹੈ ਬਾਈ, ਆਹ ਸੀਗੀ ਵਰਬ ਦੀ ਸੈਕੰਡ ਫਾਰਮ ਗੋ ਵੈਂਟ ਗੋਨ, ਤੇ ਅੱਗੇ ਸਕੂਲ ਹੈ ਜਿਹੜਾ ਉਹ ਕੀ ਹੈ, ਆਬਜੈਕਟ ਹੈ। ਠੀਕ ਹੈ ਬੇਟਾ, ਉਹ ਸਕੂਲ ਗਈ, ਉਹ ਸਕੂਲ ਗਈ। ਉਮੀਦ ਹੈ ਤੁਹਾਨੂੰ ਸਮਝ ਆ ਗਈ ਹੋਊਗੀ। ਤਾਂ ਅੱਗੇ ਦੇਖੋ ਪੁੱਤ, ਤਾਂ ਅੱਗੇ ਦੇਖੋ ਬੇਟਾ, ਉਹੀ ਜਿਹੜੇ ਪਿੱਛੇ ਆਪਾਂ ਆਪਣਾ ਪੋਜ਼ਿਟਿਵ ਜਿਹੜੇ ਸੈਂਟੈਂਸ ਆਪਾਂ ਲਏ ਸੀਗੇ ਪਾਸਟ ਇੰਡੈਫੀਨਿਟ ਦੇ ਵਿੱਚ, ਉਹਨਾਂ ਨੂੰ ਹੀ ਆਪਾਂ ਕੀ ਬਣਾਵਾਂਗੇ, ਨੈਗੇਟਿਵ ਬਣਾਵਾਂਗੇ। ਹੁਣ ਨੈਗੇਟਿਵ ਸੈਂਟੈਂਸ ਦੇਖੋ ਕਿਵੇਂ ਨੈਗੇਟਿਵ ਬਣਾਓਗੇ। ਤਾਂ ਨੈਗੇਟਿਵ ਦੇ ਵਿੱਚ ਕੀ ਕਰੋਗੇ ਬੇਟਾ, ਇਹਦੇ ਵਿੱਚ ਸਬਜੈਕਟ ਪਲੱਸ ਡਿਡ ਪਲੱਸ ਨੋਟ ਤੇ ਵਰਬ ਦੀ ਫਸਟ ਫਾਰਮ ਆਫ ਵਰਬ ਤੇ ਆਬਜੈਕਟ। ਹੁਣ ਤੁਸੀਂ ਕਹੋਗੇ ਵੀ ਪਹਿਲਾਂ ਤਾਂ ਕਿਹਾ ਜੀ ਤੁਸੀਂ ਵੀ ਸੈਕੰਡ ਫਾਰਮ ਲੱਗਦੀ ਹੈ। ਤਾਂ ਦੇਖੋ ਬੇਟਾ, ਜਦੋਂ ਅਸੀਂ ਪਾਸਟ ਇੰਡੈਫੀਨਿਟ ਟੈਂਸ ਨੂੰ ਚਾਹੇ ਸਿੰਪਲ ਤੋਂ ਨੈਗੇਟਿਵ ਬਣਾਈਏ, ਇੰਟੈਰੋਗੇਟਿਵ ਬਣਾਈਏ, ਤਾਂ ਉਹਦੇ ਵਿੱਚ ਇੱਕ ਹੈਲਪਿੰਗ ਵਰਬ ਹੈ ਜਿਹੜਾ ਉਹ ਐਡ ਹੋ ਜਾਂਦਾ ਹੈ। ਉਹਦਾ ਨਾਮ ਹੈਗਾ ਡਿਡ। ਜਿਹੜਾ ਡਿਡ ਹੈ ਉਹ ਕੀ ਹੈ, ਵਰਬ ਦੀ ਸੈਕੰਡ ਫਾਰਮ ਹੈ, ਡੂ ਡਿਡ ਡਨ। ਤਾਂ ਇੱਕ ਵਾਕ ਦੇ ਵਿੱਚ ਵਰਬ ਦੀ ਜਿਹੜੀ ਸੈਕੰਡ ਫਾਰਮ ਹੈ ਉਹ ਦੋ ਵਾਰ ਨਹੀਂ ਆਉਂਦੀ। ਇਟ ਮੀਨ ਜਿਹੜਾ ਕੀ ਹੈ, ਜਿਵੇਂ ਆਪਣਾ ਆਪਾਂ ਕੀ ਕੀਤਾ ਸੀਗਾ ਹੀ ਟੁੱਕ ਟੀ, ਤਾਂ ਹੀ ਡਿਡ ਨਾਟ ਟੇਕ ਟੀ, ਟੁੱਕ ਵਰਬ ਦੀ ਸੈਕੰਡ ਫਾਰਮ ਸੀਗੀ, ਤਾਂ ਕੀ ਬਣ ਗਿਆ ਇੱਥੇ, ਹੀ ਡਿਡ ਨਾਟ ਟੇਕ ਟੀ। ਹੀ ਡਿਡ ਨਾਟ, ਹੀ ਸਬਜੈਕਟ ਹੈ, ਡਿਡ ਹੈਲਪਿੰਗ ਵਰਬ ਹੈ, ਨਾਟ ਨਾਵਾਚਕ ਬਣ ਗਿਆ, ਟੇਕ ਵਰਬ ਦੀ ਪਹਿਲੀ ਫਾਰਮ, ਤੇ ਟੀ ਹੈ ਜਿਹੜਾ ਉਹ ਆਬਜੈਕਟ ਬਣ ਗਿਆ। ਠੀਕ ਹੈ ਬਈ। ਉਸੇ ਤਰ੍ਹਾਂ ਇਹ ਸ਼ੀ ਡਿਡ ਨਾਟ ਟੇਕ ਟੀ, ਸ਼ੀ ਡਿਡ ਨਾਟ ਟੇਕ ਟੀ। ਠੀਕ ਹੈ ਬਈ, ਇਹ ਹੋ ਗਿਆ ਪੁੱਤ। ਠੀਕ ਹੈ, ਗੱਲ ਸਮਝ ਆ ਗਈ ਹੋਊਗੀ ਤੁਹਾਨੂੰ। ਹਾਂਜੀ ਪੁੱਤ, ਅੱਗੇ ਦੇਖੋ ਬਈ ਇੰਟੈਰੋਗੇਟਿਵ। ਹੁਣ ਇੰਟੈਰੋਗੇਟਿਵ ਦੇ ਵਿੱਚ ਕੀ ਹੁੰਦਾ ਪੁੱਤ, ਤਾਂ ਇਹਦੇ ਵਿੱਚ ਹੈਲਪਿੰਗ ਵਰਬ ਪਹਿਲਾਂ ਲੱਗਿਆ ਹੁੰਦਾ ਹੈ। ਜਿਵੇਂ ਦੇਖੋ ਮੈਂ ਆਪਾਂ ਗੱਲ ਕੀਤੀ ਸੀ ਹੈਲਪਿੰਗ ਵਰਬ ਡਿਡ, ਡਿਡ ਹਮੇਸ਼ਾ ਹੈਲਪਿੰਗ ਵਰਬ ਇਹਦੇ ਵਿੱਚ ਡਿਡ ਹੀ ਹੁੰਦਾ ਆਪਣਾ ਪਾਸਟ ਇੰਡੈਫੀਨਿਟ ਦੇ ਵਿੱਚ। ਇੰਟੈਰੋਗੇਟਿਵ ਜਦੋਂ ਬਣਾਵਾਂਗੇ, ਇੰਟੈਰੋਗੇਟਿਵ ਦਾ ਮਤਲਬ ਕੁਐਸਚਨ ਪੁੱਛਿਆ ਜਾਂਦਾ ਹੈ, ਸਬਜੈਕਟ ਆ ਗਿਆ, ਡਿਡ ਆ ਗਿਆ ਸਭ ਤੋਂ ਪਹਿਲਾਂ, ਫਿਰ ਸਬਜੈਕਟ ਆ ਗਿਆ, ਵਰਬ ਦੀ ਪਹਿਲੀ ਫਾਰਮ ਆ ਗਈ, ਫਿਰ ਆਬਜੈਕਟ ਆ ਗਿਆ। ਜਿਵੇਂ ਡਿਡ ਹੀ ਟੇਕ ਟੀ, ਡਿਡ ਹੀ ਟੇਕ ਟੀ, ਕੀ ਉਸਨੇ ਚਾਹ ਪੀਤੀ। ਤਾਂ ਕੁਐਸਚਨ ਪੁੱਛਿਆ, ਕੁਐਸਚਨ ਪੁੱਛਿਆ ਆਪਾਂ ਨੇ, ਤਾਂ ਕੀ ਹੈ, ਕੀ ਬਣ ਜੂਗਾ ਬਈ, ਕੁਐਸਚਨ ਮਾਰਕ ਲੱਗ ਜੂ ਪਿੱਛੇ, ਸਾਈਨ ਆਫ ਇੰਟੈਰੋਗੇਸ਼ਨ। ਦੂਜਾ ਡਿਡ ਸ਼ੀ ਗੋ ਟੂ ਸਕੂਲ, ਡਿਡ ਸ਼ੀ ਗੋ ਟੂ ਸਕੂਲ, ਕੀ ਉਹ ਸਕੂਲ ਗਈ, ਕੀ ਉਹ ਸਕੂਲ ਗਈ। ਤਾਂ ਉਹੀ ਹੈ ਹੈਲਪਿੰਗ ਵਰਬ ਲੱਗਿਆ, ਵਰਬ ਸਬਜੈਕਟ ਲੱਗਿਆ, ਵਰਬ ਦੀ ਫਾਰਮ ਲੱਗੀ ਹੈ, ਆਬਜੈਕਟ ਲੱਗਿਆ। ਠੀਕ ਹੈ ਬਈ, ਸਮਝ ਆ ਗਈ। ਡਿਡ, ਉਸ ਤੋਂ ਬਾਅਦ ਸਬਜੈਕਟ, ਕਿਉਂਕਿ ਜਦੋਂ ਅਸੀਂ ਸਿੰਪਲ ਨੂੰ ਇੰਟੈਰੋਗੇਟਿਵ ਬਣਾਉਂਦੇ ਆ ਨਾ, ਤਾਂ ਕੀ ਹੋਊਗਾ, ਸਭ ਤੋਂ ਪਹਿਲਾਂ ਲੱਗ ਜੂਗਾ ਡਿਡ। ਠੀਕ ਹੈ ਬੇਟਾ, ਡਿਡ ਤੋਂ ਬਾਅਦ ਸਬਜੈਕਟ ਆਊਗਾ, ਵਰਬ ਦੀ ਪਹਿਲੀ ਫਾਰਮ ਆਊਗੀ, ਫਿਰ ਆਬਜੈਕਟ ਆਊਗਾ। ਉਸ ਤੋਂ ਬਾਅਦ ਅੱਗੇ ਦੇਖੋ ਪੁੱਤ, ਅੱਗੇ ਬਈ ਨੈਗੇਟਿਵ ਇੰਟੈਰੋਗੇਟਿਵ। ਕਈ ਵਾਰ ਐਵੇਂ ਦਾ ਵਾਕ ਵੀ ਆ ਜਾਂਦਾ ਵੀ ਜਿਹੜਾ ਇੰਟੈਰੋਗੇਟਿਵ ਵੀ ਹੋਵੇ ਤੇ ਨੈਗੇਟਿਵ ਵੀ ਹੋਵੇ। ਮਤਲਬ ਜਿਵੇਂ ਡਿਡ ਹੀ ਨਾਟ ਟੇਕ ਟੀ, ਜਿਵੇਂ ਦੇਖੋ ਡਿਡ ਹੋ ਗਿਆ, ਕੀ ਹੋ ਗਿਆ, ਡਿਡ ਹੋ ਗਿਆ ਬਈ, ਸਬਜੈਕਟ ਹੋ ਗਿਆ, ਫਿਰ ਨਾਟ ਹੋ ਗਿਆ, ਫਸਟ ਫਾਰਮ ਵਰਬ ਦੀ ਹੋ ਗਈ, ਤੇ ਆਬਜੈਕਟ ਹੋ ਗਿਆ। ਜਿਵੇਂ ਡਿਡ ਹੀ ਨਾਟ ਟੇਕ ਟੀ, ਕੀ ਉਸਨੇ ਚਾਹ ਨਹੀਂ ਪੀਤੀ। ਡਿਡ ਸ਼ੀ ਨਾਟ ਗੋ ਟੂ ਸਕੂਲ, ਕੀ ਉਹ ਸਕੂਲ ਨਹੀਂ ਗਈ। ਗੱਲ ਸਮਝ ਆ ਗਈ ਪੁੱਤਾਂ। ਹਾਂਜੀ, ਅੱਗੇ ਦੇਖੋ ਬੇਟਾ, ਤਾਂ ਅੱਗੇ ਹੈਗਾ ਪੁੱਤ ਪਾਸਟ ਕੰਟੀਨਿਊਸ ਟੈਂਸ, ਪਾਸਟ ਕੰਟੀਨਿਊਸ ਟੈਂਸ। ਤਾਂ ਇਹਦੇ ਆਪਾਂ ਦੇਖਾਂਗੇ, ਜਿਵੇਂ ਆ ਦੇਖੋ ਆ ਥੋੜਾ ਜਿਹਾ ਪ੍ਰੋਬਲਮ ਹੈ ਇਹਦੇ ਵਿੱਚ, ਫੌਂਟ ਦੀ ਪ੍ਰੋਬਲਮ ਆ ਰਹੀ ਹੈ, ਤਾਂ ਇਹਨੂੰ ਕੱਟ ਦਿੰਦੇ ਆਪਾਂ ਇੱਥੋਂ। ਇਹਦੀ ਥਾਂ ਤੇ ਆਪਾਂ ਲਿਖਾਂਗੇ ਰਿਹਾ ਸੀ,
ਦੇਖੋ ਇਹਦੀ ਪਹਿਚਾਣ ਕੀ ਹੈ ਪੰਜਾਬੀ ਦੇ ਵਿੱਚ, ਆਪਾਂ ਪਹਿਲਾਂ ਗੱਲ ਕਰਦੇ ਹਾਂ। ਰਿਹਾ ਸੀ, ਰਹੀ ਸੀ, ਰਹੀਆਂ ਸਨ, ਰਹੇ ਸਨ, ਰਹੀਆਂ ਸਨ ਤੇ ਰਹੇ ਸਨ। ਠੀਕ ਹੈ ਬਈ, ਇਹ ਹੈਗੀ ਹੈ ਇਹਦੀ ਪੰਜਾਬੀ 'ਚ ਪਹਿਚਾਣ ਬਈ। ਕੋਈ ਵੀ ਵਾਕ ਹੈ, ਜਿਵੇਂ ਮੰਨ ਲਓ ਕੋਈ ਵਾਕ ਤੁਹਾਡੇ ਕੋਲ ਆ ਜਾਂਦਾ ਹੈ, ਤੁਸੀਂ ਮੰਨ ਲਓ ਉਹਨੂੰ ਕੀ ਕਰਨਾ ਹੈ, ਟਰਾਂਸਲੇਟ ਕਰਨਾ ਹੈ ਪੰਜਾਬੀ ਟੂ ਇੰਗਲਿਸ਼, ਤਾਂ ਤੁਹਾਨੂੰ ਪਤਾ ਲੱਗ ਜੂ ਵੀ ਰਿਹਾ ਸੀ, ਰਹੀ ਸੀ, ਰਹੀਆਂ ਸਨ ਤੇ ਰਹੇ ਸਨ। ਜੇ ਐਵੇਂ ਦਾ ਮਤਲਬ ਇਹ ਵਰਡਿੰਗ ਆਉਂਦੀ ਹੈ ਤਾਂ ਇਟ ਮੀਨਸ ਕੀ ਹੈ, ਪਾਸਟ ਕੰਟੀਨਿਊਸ ਟੈਂਸ ਹੈ। ਠੀਕ ਹੈ ਬਈ, ਦੇਖੋ ਅੱਗੇ ਤਾਂ ਦੇਖੋ ਇਹਦੀ ਪਹਿਚਾਣ ਕੀ ਹੈ ਇੰਗਲਿਸ਼ ਦੇ ਵਿੱਚ। ਸਬਜੈਕਟ ਹੈ ਪੁੱਤ, ਹੈਲਪਿੰਗ ਵਰਬ ਹੈ, ਹੈਲਪਿੰਗ ਵਰਬ ਤੋਂ ਬਾਅਦ ਵਰਬ ਦੀ ਪਹਿਲੀ ਫਾਰਮ ਇੰਗਲ ਲੱਗਿਆ, ਨਾਲ ਆਬਜੈਕਟ ਲੱਗਿਆ। ਠੀਕ ਹੈ, ਹੈਲਪਿੰਗ ਵਰਬ ਕੀ ਨੇ? ਹੁਣ ਆਪਾਂ ਸਭ ਤੋਂ ਪਹਿਲਾਂ ਸਬਜੈਕਟ ਦਾ ਤੁਹਾਨੂੰ ਪਤਾ ਹੈ ਵੀ ਸਬਜੈਕਟ ਕੀ ਹੁੰਦਾ। ਹੈਲਪਿੰਗ ਵਰਬ ਕਿਹੜਾ ਇਹਦੇ ਵਿੱਚ? ਹੈਲਪਿੰਗ ਵਰਬ ਹੈਗਾ ਬਈ ਆਹ ਦੋ, ਇਹ ਲੱਗੇ ਹੋਣਗੇ। ਠੀਕ ਹੈ, ਹੁਣ ਜੇ ਸਿੰਗੂਲਰ ਵਾਸਤੇ ਹੈ ਬਈ, ਸਿੰਗੂਲਰ ਮਤਲਬ ਇੱਕ ਵਚਨ, ਤਾਂ ਉਹ ਕੀ ਆਊਗਾ, ਬਾਜ਼ ਆਊਗਾ। ਜੇ ਪਲੂਰਲ ਵਾਸਤੇ ਹੈ, ਬਹੁਵਚਨ ਵਾਸਤੇ ਹੈ, ਤਾਂ ਆਊਗਾ ਬਰ। ਮੈਨੂੰ ਲੱਗਦਾ ਗੱਲ ਤੁਸੀਂ ਸਮਝ ਗਏ ਹੋਵੋਗੇ। ਹੈਲਪਿੰਗ ਵਰਬ ਦੋ ਹੁੰਦੇ ਆ ਇਹਦੇ ਵਿੱਚ, ਹੈਲਪਿੰਗ ਵਰਬ ਦੋ ਹੁੰਦੇ ਆ, ਇੱਕ ਬਾਜ਼ ਹੁੰਦਾ, ਦੂਜਾ ਬਰ ਹੁੰਦਾ। ਤੇ ਉਹਦੇ ਵਿੱਚੋਂ ਸਿੰਗੂਲਰ ਵਾਸਤੇ ਬਾਜ਼ ਲੱਗਦਾ, ਪਲੂਰਲ ਵਾਸਤੇ ਬਰ ਲੱਗਦਾ। ਠੀਕ ਹੈ ਬੇਟਾ, ਅੱਗੇ ਦੇਖੋ ਤਾਂ ਇੱਥੇ ਦੇਖੋ ਸਿੰਪਲ ਸੈਂਟੈਂਸ ਦੇ ਬਾਰੇ ਆਪਾਂ ਗੱਲ ਕਰਾਂਗੇ, ਤੇ ਨਾਲੇ ਆਪਾਂ ਇਹੀ ਗੱਲ ਕਰਾਂਗੇ ਵੀ ਬਾਜ਼ ਕਿੱਥੇ ਲੱਗਦਾ ਹੈ। ਬਾਜ਼ ਆਪਾਂ ਦੇਖੇ ਜੀ ਸਿੰਗੂਲਰ ਦੇ ਨਾਮ, ਦੇਖੋ ਬਾਜ਼ ਕਿੱਥੇ ਲੱਗਦਾ ਹੈ, ਬਾਜ਼ ਲੱਗਦਾ ਹੈ ਦੇਖੋ ਆਈ, ਹੀ, ਸ਼ੀ, ਇਟ। ਤੇ ਸਿੰਗੂਲਰ ਨੇਮ ਮਤਲਬ ਕਿਸੇ ਦਾ ਵੀ ਨਾਮ, ਇੱਕ ਨਾਮ ਹੈ, ਜਿਵੇਂ ਸਿੰਗੂਲਰ ਨੇਮ। ਠੀਕ ਹੈ ਬੇਟਾ, ਜਿਵੇਂ ਹੀ ਵਾਸ ਟੇਕਿੰਗ ਟੀ, ਆਪਾਂ ਗੱਲ ਕੀਤੀ ਸੀ ਸਬਜੈਕਟ, ਹੈਲਪਿੰਗ ਵਰਬ, ਵਰਬ ਦੀ ਪਹਿਲੀ ਫਾਰਮ ਦੇ ਨਾਲ ਇੰਗ ਤੇ ਨਾਲ ਓਬਜੈਕਟ, ਉਹ ਚਾਹ ਪੀ ਰਿਹਾ ਸੀ। ਆਈ ਵਾਜ਼ ਗੋਇੰਗ ਟੂ ਸਕੂਲ, ਦੇਖੋ ਇੱਥੇ ਵੀ ਆਈ ਦੇ ਨਾਲ ਬਾਦ ਲੱਗੇ, ਆਈ ਸਬਜੈਕਟ, ਵਾਜ਼ ਕੀ ਹੈ ਪੁੱਤ, ਹੈਲਪਿੰਗ ਵਰਬ ਹੈ, ਗੋਇੰਗ ਵਰਬ ਦੀ ਪਹਿਲੀ ਫਾਰਮ ਦੇ ਨਾਲ ਇੰਗ ਲੱਗ ਗਈ, ਸਕੂਲ ਓਬਜੈਕਟ ਹੈ। ਠੀਕ ਹੈ, ਆਈ ਵਾਜ਼ ਗੋਇੰਗ ਟੂ ਸਕੂਲ, ਮੈਂ ਸਕੂਲ ਜਾ ਰਿਹਾ ਸੀ। ਮੈਨੂੰ ਲੱਗਦਾ ਵੀ ਗੱਲ ਤੁਹਾਨੂੰ ਸਮਝ ਆ ਗਈ ਹੋਊਗੀ। ਠੀਕ ਹੈ, ਅੱਗੇ ਦੇਖੋ ਪੁੱਤ, ਅੱਗੇ ਬੇਟਾ ਵਰ। ਹੁਣ ਉਸ ਤੋਂ ਬਗੈਰ ਸਾਰਿਆਂ ਨਾਲ ਬਰ ਲੱਗੂਗਾ, ਜਿਨ੍ਹਾਂ ਨਾਲ ਬਾਜ਼ ਲੱਗ ਗਿਆ, ਬਾਜ਼ ਤੋਂ ਬਗੈਰ ਸਾਰਿਆਂ ਨਾਲ ਬਰ ਲੱਗੂਗਾ ਪੁੱਤ। ਦੇਖੋ ਬਰ ਹੈ ਇਹ, ਵੀ ਵਰ ਟੇਕਿੰਗ ਟੀ, ਅਸੀਂ ਚਾਹ ਪੀ ਰਹੇ ਸੀ। ਅਸੀਂ ਬਹੁਵਚਨ ਹੋ ਗਿਆ, ਅਸੀਂ ਮਤਲਬ ਸਾਰੇ ਹੋ ਗਏ ਨਾ, ਆਪਾਂ ਇੱਕ ਤੋਂ ਵੱਧ ਹੋ ਗਏ। ਠੀਕ ਹੈ ਬਈ, ਵੀ ਵਰ ਟੇਕਿੰਗ ਟੀ। ਠੀਕ ਹੈ, ਯੂ ਵਰ, ਹੁਣ ਦੇਖੋ ਯੂ ਵਰ ਗੋਇੰਗ ਟੂ ਸਕੂਲ। ਵੈਸੇ ਤਾਂ ਯੂ ਆਪਾਂ ਸਿੰਗਲ ਵਾਸਤੇ ਹੀ ਵਰਤਦੇ ਹਾਂ, ਪਰ ਜਿਹੜਾ ਯੂ ਹੈ ਉਹਨੂੰ ਹਮੇਸ਼ਾ ਅਸੀਂ ਕੀ ਕਰਾਂਗੇ, ਪਲੂਰਲ ਦੀ ਥਾਂ ਤੇ ਵਰਤਾਂਗੇ, ਤੇ ਯੂ ਦੇ ਨਾਲ ਕੀ ਲਾਉਂਗੇ ਪੁੱਤ, ਹਮੇਸ਼ਾ ਬਰ ਲਾਉਂਗੇ। ਯੂ ਦੇ ਨਾਲ ਕੀ ਲਾਉਂਗੇ ਬੇਟਾ, ਬਰ ਲਾਉਂਗੇ। ਠੀਕ ਹੈ ਪੁੱਤ, ਅੱਗੇ ਦੇਖੋ ਫਿਰ ਨੈਗੇਟਿਵ ਸੈਂਟੈਂਸ ਦੀ ਗੱਲ ਕਰਦੇ ਹਾਂ ਬੇਟਾ। ਨੈਗੇਟਿਵ ਸੈਂਟੈਂਸ ਤਾਂ ਇਹਦੇ ਵਿੱਚ ਕੀ ਹੈ, ਸਬਜੈਕਟ, ਹੈਲਪਿੰਗ ਵਰਬ, ਨੋਟ ਵਰਬ ਦੀ ਪਹਿਲੀ ਫਾਰਮ, ਨਾਲ ਇੰਗ ਤਾਂ ਲੱਗੂਗੀ ਹੈ, ਤੇ ਨਾਲ ਆਬਜੈਕਟ ਕੀ ਹੈ, ਸਬਜੈਕਟ ਬਈ। ਇਹ ਸਬਜੈਕਟ ਪੁੱਤ ਦੇਖੋ, ਦੁਬਾਰਾ ਦੇਖੋ ਇੱਕ ਵਾਰੀ, ਸਬਜੈਕਟ, ਹੈਲਪਿੰਗ ਵਰਬ, ਨੋਟ ਲੱਗ ਗਿਆ, ਵਰਬ ਦੀ ਪਹਿਲੀ ਫਾਰਮ ਦੇ ਨਾਲ ਇੰਗ ਲੱਗੀ, ਵਰਬ ਦੀ ਪਹਿਲੀ ਫਾਰਮ ਦੇ ਨਾਲ ਕੀ ਲੱਗਿਆ ਪੁੱਤ, ਇੰਗ ਲੱਗਿਆ। ਇਹ ਤੇ ਅੱਗੇ ਇਹ ਸਬਜੈਕਟ ਨਹੀਂ ਹੈਗਾ, ਆਬਜੈਕਟ ਹੈ। ਇੱਥੇ ਕੀ ਹੈ ਬੇਟਾ, ਆਬਜੈਕਟ, ਇੱਥੇ ਕੀ ਹੈ, ਆਬਜੈਕਟ ਹੈ ਬਈ। ਤਾਂ ਸਬਜੈਕਟ ਤਾਂ ਲੱਗਿਆ ਪਹਿਲਾਂ, ਦੇਖੋ ਆਹ ਸਬਜੈਕਟ ਹੈ,
ਹੈਲਪਿੰਗ ਵਰਬ ਨੋਟ ਲੱਗ ਗਿਆ ਵਰਬ ਦੀ ਪਹਿਲੀ ਫਾਰਮ ਦੇ ਨਾਲ ਇੰਗ ਲੱਗੀ ਹੈ। ਦੇਖੋ ਆਪਾਂ ਇੱਥੇ ਸਮਝਦੇ ਹਾਂ ਵੀ ਵਰ ਨੋਟ ਟੇਕਿੰਗ ਟੀ, ਠੀਕ ਹੈ। ਵੀ ਸਬਜੈਕਟ, ਵਰ ਹੈਲਪਿੰਗ ਵਰਬ, ਨੋਟ ਲੱਗ ਗਿਆ ਨਾਂਹਵਾਚਕ ਹੈ, ਟੇਕਿੰਗ ਵਰਬ ਦੀ ਪਹਿਲੀ ਫਾਰਮ ਦੇ ਨਾਲ ਇੰਗ ਲੱਗ ਗਈ, ਤੇ ਟੀ, ਟੀ ਕੀ ਹੈਗਾ ਓਬਜੈਕਟ ਹੋ ਗਿਆ। ਠੀਕ ਹੈ ਬੇਟਾ, ਅੱਗੇ ਦੇਖੋ ਨੈਕਸਟ ਸੈਂਟੈਂਸ ਹੈ ਜਿਹੜਾ ਯੂ ਵਰ ਨੋਟ ਗੋਇੰਗ ਟੂ ਸਕੂਲ। ਠੀਕ ਹੈ, ਇਹਦੇ ਵਿੱਚ ਤੁਸੀਂ ਦੇਖੋ ਯੂ ਸਬਜੈਕਟ ਹੈ, ਵਰ ਹੈਲਪਿੰਗ ਵਰਬ, ਨੋਟ ਲੱਗ ਗਿਆ, ਗੋਇੰਗ ਟੂ, ਗੋਇੰਗ ਵਰਬ ਦੀ ਪਹਿਲੀ ਫਾਰਮ ਇੰਗ, ਤੇ ਆਪਣਾ ਇਹ ਹੋ ਗਿਆ ਬਈ ਸਕੂਲ, ਸਕੂਲ ਕੀ ਹੋ ਗਿਆ ਪੁੱਤ ਓਬਜੈਕਟ ਹੋ ਗਿਆ। ਮੈਨੂੰ ਲੱਗਦਾ ਤੁਹਾਨੂੰ ਸਮਝ ਆ ਗਿਆ ਹੋਊਗਾ। ਤਾਂ ਅੱਗੇ ਚੱਲਦੇ ਹਾਂ। ਦੇਖੋ ਬੇਟਾ ਅੱਗੇ ਹੈਗਾ ਪੁੱਤ ਇੰਟੈਰੋਗੇਟਿਵ। ਹੁਣ ਇੰਟੈਰੋਗੇਟਿਵ ਦੇ ਵਿੱਚ ਕੀ ਕਰੋਗੇ ਤੁਸੀਂ? ਇੰਟੈਰੋਗੇਟਿਵ ਦੇ ਵਿੱਚ ਸਿੰਪਲ ਫਾਰਮੂਲਾ ਹੈ ਬਿਲਕੁਲ, ਹੈਲਪਿੰਗ ਵਰਬ ਬਾਹਰ ਆ ਜਾਊਗਾ। ਦੇਖੋ ਤਾਂ ਉਹਦੇ ਪਿੱਛੇ ਦੇਖੋ, ਆਹ ਦੇਖੋ ਹੈਲਪਿੰਗ ਵਰਬ ਪਹਿਲਾਂ ਕੀ ਸੀਗਾ, ਐ ਸੀਗਾ ਇਹ ਆਪਣਾ ਕੀ ਕਹਿੰਦੇ ਨੇ, ਆਹ ਇੱਥੇ ਸੀਗਾ, ਇਹ ਇੱਧਰ ਸੀਗਾ। ਹੁਣ ਸਿੰਪਲ ਚੇਂਜ ਹੋ ਗਿਆ, ਇਹ ਕੀ ਹੈ ਇੱਕ ਦੂਜੇ ਦੀ ਥਾਂ ਬਦਲ ਗਏ। ਜਿਵੇਂ ਦੇਖੋ ਇਹ ਦੇਖੋ ਸਭ ਤੋਂ ਪਹਿਲਾਂ ਕੀ ਆ ਗਿਆ, ਹੈਲਪਿੰਗ ਵਰਬ ਸਬਜੈਕਟ, ਵਰਬ ਦੀ ਪਹਿਲੀ ਫਾਰਮ ਦੇ ਨਾਲ ਇੰਗ ਤੇ ਓਬਜੈਕਟ। ਠੀਕ ਹੈ, ਤਾਂ ਇਹ ਕੀ ਆ ਗਿਆ, ਐਂਡ ਲਾਸਟ ਦੇ ਵਿੱਚ ਆ ਗਿਆ ਸਾਈਨ ਆਫ ਇੰਟੈਰੋਗੇਸ਼ਨ। ਗੱਲ ਸਮਝ ਆ ਗਈ ਹੋਊਗੀ ਤੁਹਾਨੂੰ। ਦੁਬਾਰੇ ਫਿਰ ਦੇਖੋ ਕੀ ਹੋ ਗਿਆ ਪੁੱਤ, ਸਿੰਪਲ ਦੇ ਵਿੱਚ ਸਬਜੈਕਟ ਪਹਿਲਾਂ ਹੁੰਦਾ ਹੈ, ਹੈਲਪਿੰਗ ਵਰਬ ਬਾਅਦ ਚ ਹੁੰਦਾ ਹੈ। ਸਿੰਪਲ ਵਾਕ ਦੇ ਵਿੱਚ ਦੇਖੋ, ਦੁਬਾਰੇ ਦੇਖੋ, ਜਿਹੜੇ ਸਿੰਪਲ ਵਾਕ ਨੇ ਉਹ ਇਹ ਇਸ ਤਰ੍ਹਾਂ ਹੁੰਦੇ ਆ। ਪਹਿਲਾਂ ਜਿਵੇਂ ਉਹਦੇ ਵਿੱਚ ਸੀਗਾ ਦੇਖੋ ਵੀ ਵਰ, ਇਹ ਐ ਹੁੰਦਾ ਹੈ। ਹੁਣ ਕੀ ਹੋ ਗਿਆ, ਇਹ ਹੋ ਗਿਆ ਵਰ ਵੀ, ਐਵੇਂ ਐਵੇਂ ਚੇਂਜ ਹੋ ਗਿਆ। ਠੀਕ ਹੈ ਪੁੱਤ, ਠੀਕ ਹੈ ਬਈ। ਦੇਖੋ ਤਾਂ ਇਹ ਹੋ ਗਿਆ ਵਰ ਵੀ ਟੇਕਿੰਗ ਟੀ, ਕੀ ਅਸੀਂ ਚਾਹ ਪੀ ਰਹੇ ਸੀ। ਵਰ ਯੂ ਗੋਇੰਗ ਟੂ ਸਕੂਲ, ਕੀ ਤੁਸੀਂ ਸਕੂਲ ਜਾ ਰਹੇ ਸੀਗੇ। ਇਹਦੇ ਵਿੱਚ ਵੀ ਦੇਖੋ ਪਹਿਲਾਂ ਹੈਲਪਿੰਗ ਵਰਬ ਆ ਗਿਆ, ਫਿਰ ਆ ਗਿਆ ਤੁਹਾਡਾ ਸਬਜੈਕਟ ਆ ਗਿਆ, ਗੋਇੰਗ ਆ ਗਿਆ, ਵਰਬ ਦੀ ਪਹਿਲੀ ਫਾਰਮ ਦੇ ਨਾਲ ਇੰਗ, ਤੇ ਸਕੂਲ ਆ ਗਿਆ, ਸਕੂਲ ਓਬਜੈਕਟ ਹੋ ਗਿਆ। ਠੀਕ ਹੈ ਪੁੱਤਾਂ, ਉਮੀਦ ਹੈ ਵੀ ਤੁਹਾਨੂੰ ਸਮਝ ਆ ਗਈ ਹੋਊਗੀ। ਫਿਰ ਵੀ ਸਮਝ ਨਾ ਆਵੇ ਤਾਂ ਤੁਸੀਂ ਦੁਬਾਰੇ ਦੇਖੋ, ਫਿਰ ਵੀ ਪਤਾ ਨਹੀਂ ਲੱਗਦਾ ਤਾਂ ਤੁਹਾਨੂੰ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਵੀ ਇਹ ਕਿਵੇਂ ਆਇਆ ਭਾਈ। ਅੱਗੇ ਦੇਖੋ ਬੇਟਾ, ਤਾਂ ਇਹਦੇ ਵਿੱਚ ਦੇਖਾਂਗੇ ਆਪਾਂ। ਦੇਖੋ ਇਹ ਹੈਗਾ ਪਾਸਟ ਪਰਫੈਕਟ ਟੈਂਸ। ਇਹ ਥੋੜੀ ਜਿਹੀ ਫੌਂਟ ਦੀ ਪ੍ਰੋਬਲਮ ਆ ਰਹੀ ਹੈ ਬਈ, ਇਹ ਤੁਹਾਨੂੰ ਦੱਸ ਦਿੰਦਾ ਮੈਂ। ਪਾਸਟ ਪਰਫੈਕਟ ਟੈਂਸ, ਤਾਂ ਇਹ ਆਹ ਚੀਜ਼ ਦੇਖੋ, ਇਹਨੂੰ ਆਪਾਂ ਦੁਬਾਰੇ ਦੇਖਦੇ ਹਾਂ। ਇਹ ਕੀ ਹੈ ਪਾਸਟ ਪਰਫੈਕਟ ਦੇ ਵਿੱਚ, ਕੀ ਹੈ, ਚੁੱਕਾ ਸੀ, ਚੁੱਕੀ ਸੀ, ਇਹ ਕੀ ਹੈ ਦੇਖੋ ਇੱਥੇ ਹੋਊਗਾ ਤੁਹਾਡਾ, ਮੈਂ ਤੁਹਾਨੂੰ ਦੱਸ ਦਿੰਦਾ, ਚੁੱਕਾ ਸੀ, ਚੁੱਕੀ ਸੀ, ਤੁਹਾਨੂੰ ਪਤਾ ਹੈ ਵੈਸੇ, ਚੁੱਕੀਆਂ ਸਨ, ਚੁੱਕੇ ਸਨ। ਚੁੱਕੀਆਂ ਸਨ, ਠੀਕ ਹੈ ਬਈ, ਚੁੱਕੀਆਂ ਸਨ। ਅੱਗੇ ਹੈ ਚੁੱਕੇ ਸਨ, ਚੁੱਕੇ ਸਨ। ਤਾਂ ਇੱਕ ਗੱਲ ਹੋਰ ਹੈ ਇਹਦੇ ਵਿੱਚ, ਦੋ ਹੋਰ ਨੇ, ਲਿਆ ਹੈ, ਲਈ ਹੈ। ਲਿਆ ਹੈ, ਲਿਆ ਹੈ, ਤੇ ਬਈ ਲਈ ਹੈ। ਠੀਕ ਹੈ, ਇਹ ਪੰਜਾਬੀ ਵਾਕਾਂ ਦੀ ਪਹਿਚਾਣ ਹੈ ਬਈ। ਪੰਜਾਬੀ ਦੇ ਜਿਹੜੇ ਸੈਂਟੈਂਸ ਨੇ, ਜੇਕਰ ਉਹਨਾਂ ਦੇ ਲਾਸਟ ਦੇ ਵਿੱਚ ਇਹ ਸ਼ਬਦ ਨੇ, ਜਿਵੇਂ ਜਿਹੜੇ ਹੈਗੇ ਨੇ ਚੁੱਕਾ ਸੀ, ਚੁੱਕੀ ਸੀ, ਚੁੱਕੀਆਂ ਸਨ, ਚੁੱਕੇ ਸਨ, ਲਿਆ ਹੈ, ਲਈ ਹੈ, ਜੇਕਰ ਇਹ ਹੋਣ ਪੁੱਤ ਤਾਂ ਇਟ ਮੀਨਸ ਤੁਸੀਂ ਸਮਝੋ ਵੀ ਪਾਸਟ ਪਰਫੈਕਟ ਟੈਂਸ ਹੈ। ਠੀਕ ਹੈ, ਤਾਂ ਉਹਦੀ ਜਿਹੜੀ ਪਹਿਚਾਣ ਹੈਗੀ ਆ ਪੁੱਤ ਇੰਗਲਿਸ਼ ਦੇ ਵਿੱਚ, ਉਹ ਕੀ ਹੈ, ਹੈਡ ਪਲੱਸ ਥਰਡ ਫਾਰਮ ਆਫ ਵਰਬ। ਠੀਕ ਹੈ, ਵਾਕ ਦੀ ਜਿਹੜੀ ਬਣਤਰ ਹੈ ਉਹ ਸੇਮ ਰਹਿੰਦੀ ਹੈ,
ਸਬਜੈਕਟ ਪਲੱਸ ਹੈਲਪਿੰਗ ਵਰਬ, ਠੀਕ ਹੈ, ਪਲੱਸ ਵਰਬ ਪਲੱਸ ਆਬਜੈਕਟ। ਤਾਂ ਇਹਦੇ ਵਿੱਚ ਕੀ ਹੈ, ਆ ਦੇਖੋ ਇਹ ਹੈਗਾ ਤੁਹਾਡਾ ਹੈਡ। ਹੈਡ ਦੇ ਨਾਲ ਵਰਬ ਦੀ ਹਮੇਸ਼ਾ ਥਰਡ ਫਾਰਮ ਲੱਗਦੀ ਹੈ। ਹੈਡ ਦੇ ਨਾਲ ਵਰਬ ਦੀ ਹਮੇਸ਼ਾ ਥਰਡ ਫਾਰਮ ਲੱਗਦੀ ਹੈ। ਚਲੋ ਅੱਗੇ ਦੇਖਦੇ ਹਾਂ ਬੇਟਾ। ਦੇਖੋ ਸਿੰਪਲ ਸੈਂਟੈਂਸ ਬਈ ਪਾਸਟ ਪਰਫੈਕਟ ਟੈਂਸ ਦੇ ਵਿੱਚ, ਪਾਸਟ ਪਰਫੈਕਟ ਟੈਂਸ ਦੇ ਵਿੱਚ ਸਿੰਪਲ ਸੈਂਟੈਂਸ ਦੀ ਜਿਹੜੀ ਬਣਤਰ ਹੈ ਉਹ ਹੈ ਬਈ, ਜਿਵੇਂ ਦੇਖੋ ਸਬਜੈਕਟ, ਹੈਲਪਿੰਗ ਵਰਬ, ਵਰਬ ਦੀ ਥਰਡ ਫਾਰਮ ਤੇ ਆਬਜੈਕਟ। ਤਾਂ ਹੈਲਪਿੰਗ ਵਰਬ ਕੀ ਹੈ ਇਹਦੇ ਵਿੱਚ? ਹੈਲਪਿੰਗ ਵਰਬ ਹੈਗਾ ਹੈਡ। ਹੈਲਪਿੰਗ ਵਰਬ ਕੀ ਹੈ ਬੇਟਾ? ਹੈਲਪਿੰਗ ਵਰਬ ਹੈਗਾ ਬਈ ਹੈਡ। ਇਹ ਧਿਆਨ ਰੱਖਣਾ ਤੁਸੀਂ, ਠੀਕ ਹੈ। ਤਾਂ ਜਿਹੜੇ ਸਬਜੈਕਟ ਨੇ ਉਹ ਸਾਰੇ ਸਬਜੈਕਟ ਆ ਗਏ ਇਹਦੇ ਵਿੱਚ, ਚਾਹੇ ਸਿੰਗੂਲਰ ਹੈ, ਪਲੂਰਲ ਹੈ, ਜੋ ਵੀ ਹੈ। ਆਈ, ਵੀ, ਯੂ, ਦੇ, ਹੀ, ਸ਼ੀ, ਇਟ, ਇਹ ਸਾਰਿਆਂ ਦੇ ਨਾਲ ਕੀ ਲੱਗੂਗਾ? ਹੈਡ ਲੱਗੂਗਾ। ਕੀ ਲੱਗੂ ਬੇਟਾ? ਹੈਡ ਲੱਗੂ ਬਈ। ਤਾਂ ਅੱਗੇ ਦੇਖੋ, ਤਾਂ ਅਸੀਂ ਸਿੰਪਲ ਜਿਵੇਂ ਦੇਖੋ ਵੀ ਹੈਡ ਟੇਕਨ ਟੀ, ਅਸੀਂ ਚਾਹ ਪੀ ਚੁੱਕੇ ਸੀ। ਵੀ ਹੈਡ ਟੇਕਨ ਟੀ, ਸਬਜੈਕਟ ਹੈਡ ਲੱਗਿਆ, ਹੈਡ ਦੇ ਨਾਲ ਵਰਬ ਦੀ ਥਰਡ ਫਾਰਮ ਲੱਗੀ ਹੈ, ਥਰਡ ਫਾਰਮ ਤੇ ਲਾਸਟ ਦੇ ਵਿੱਚ ਲੱਗਿਆ ਆਬਜੈਕਟ। ਲਾਸਟ ਦੇ ਵਿੱਚ ਕੀ ਲੱਗਿਆ ਬਈ? ਆਬਜੈਕਟ ਲੱਗਿਆ, ਠੀਕ ਹੈ ਬਈ। ਅੱਗੇ ਦੇਖੋ ਬੇਟਾ, ਯੂ ਹੈਡ ਗੋਨ ਟੂ ਸਕੂਲ, ਠੀਕ ਹੈ, ਸਮਝ ਆ ਗਈ ਵੀ ਤੁਸੀਂ ਯੂ ਹੈਡ ਗੋਨ ਟੂ ਸਕੂਲ, ਤੁਸੀਂ ਸਕੂਲ ਜਾ ਚੁੱਕੇ ਸੀ, ਠੀਕ ਹੈ। ਅਸੀਂ ਗੱਲ ਕਰ ਚੁੱਕੇ ਹਾਂ ਅੱਗੇ, ਗੱਲ ਸਮਝ ਆ ਗਈ ਪੁੱਤ? ਠੀਕ ਹੈ ਬਈ। ਇਸ ਤਰ੍ਹਾਂ ਤੁਸੀਂ ਸਮਝ ਲੈਣਾ ਗੱਲ ਨੂੰ, ਕਰ ਲੈਣਾ। ਫਿਰ ਵੀ ਗੱਲ ਨਾ ਪਤਾ ਲੱਗੇ ਤਾਂ ਦੁਬਾਰੇ ਦੇਖ ਲਓ ਇਹਨੂੰ, ਠੀਕ ਹੈ ਬੇਟਾ। ਅੱਗੇ ਦੇਖੋ ਪੁੱਤ, ਅੱਗੇ ਹੈਗਾ ਬੇਟਾ ਨੈਗੇਟਿਵ। ਨੈਗੇਟਿਵ ਸੈਂਟੈਂਸ ਪਾਸਟ ਪਰਫੈਕਟ ਟੈਂਸ ਦੇ ਵਿੱਚ ਨੈਗੇਟਿਵ ਸੈਂਟੈਂਸ ਨੇ ਜਿਹੜੇ, ਉਹ ਤੁਸੀਂ ਦੇਖੋ ਵੀ ਹੈਲਪਿੰਗ ਵਰਬ ਤੋਂ ਬਾਅਦ ਨੋਟ ਲੱਗ ਜੂਗਾ ਬਸ। ਸਿੰਪਲ ਫੰਡਾ ਹੈ, ਸਬਜੈਕਟ ਹੈਲਪਿੰਗ ਵਰਬ ਹੈ, ਹੈਲਪਿੰਗ ਵਰਬ ਤੋਂ ਬਾਅਦ ਨੋਟ ਆ ਗਿਆ, ਵਰਬ ਦੀ ਥਰਡ ਫਾਰਮ ਹੀ ਰਹੂਗੀ, ਤੇ ਕੀ ਲੱਗ ਗਿਆ? ਸਬਜੈਕਟ ਨਹੀਂ ਲੱਗਦਾ, ਇੱਥੇ ਆਬਜੈਕਟ ਹੈ। ਇਹ ਆਬਜੈਕਟ, ਇਹ ਕਲੈਰੀਕਲ ਮਿਸਟੇਕ ਹੋ ਜਾਂਦੀ ਹੈ ਵੀ ਲਿਖਣ ਵੇਲੇ ਕਈ ਵਾਰ ਗਲਤ ਲਿਖਿਆ ਜਾਂਦਾ ਹੈ। ਤਾਂ ਤੁਹਾਨੂੰ ਦੱਸਤਾ, ਸਬਜੈਕਟ ਪਹਿਲਾਂ ਹੁੰਦਾ ਪੁੱਤ, ਲਾਸਟ ਦੇ ਵਿੱਚ ਆਬਜੈਕਟ ਲੱਗਿਆ ਹੁੰਦਾ। ਲਾਸਟ ਦੇ ਵਿੱਚ ਕੀ ਲੱਗਿਆ ਹੁੰਦਾ? ਆਬਜੈਕਟ ਲੱਗਿਆ ਹੁੰਦਾ। ਤਾਂ ਦੇਖੋ ਵੀ ਹੈਡ ਨੋਟ ਟੇਕਨ ਟੀ, ਠੀਕ ਹੈ, ਹੈਡ ਦੇ ਨਾਲ ਨੋਟ ਲੱਗ ਗਿਆ, ਇਹ ਨੈਗੇਟਿਵ ਬਣ ਗਿਆ, ਠੀਕ ਹੈ ਪੁੱਤ। ਯੂ ਹੈਡ ਨੋਟ ਗੋਨ ਟੂ ਸਕੂਲ, ਯੂ ਹੈਡ ਨੋਟ ਗੋਨ ਟੂ ਸਕੂਲ, ਹੈਡ ਤੋਂ ਬਾਅਦ ਕੀ ਲੱਗ ਗਿਆ? ਨੋਟ ਲੱਗ ਗਿਆ, ਗੋਨ ਵਰਬ ਦੀ ਥਰਡ ਫਾਰਮ ਹੈ। ਗੱਲ ਸਮਝ ਆ ਗਈ ਬਈ? ਸਬਜੈਕਟ ਹੈਲਪਿੰਗ ਵਰਬ, ਨੋਟ ਲੱਗ ਗਿਆ, ਵਰਬ ਦੀ ਥਰਡ ਫਾਰਮ ਲੱਗ ਗਈ, ਤੇ ਨਾਲ ਲੱਗ ਗਿਆ ਤੁਹਾਡਾ ਆਬਜੈਕਟ, ਠੀਕ ਹੈ। ਨੈਗੇਟਿਵ ਸੈਂਟੈਂਸ ਟੈਂਸ ਦੀ ਆਪਾਂ ਕਿਹੜੇ ਦੀ ਗੱਲ ਕਰ ਰਹੇ ਹਾਂ? ਪਾਸਟ ਪਰਫੈਕਟ ਟੈਂਸ ਦੀ। ਪਾਸਟ ਪਰਫੈਕਟ ਟੈਂਸ ਦੇ ਵਿੱਚ ਉਹਦਾ ਜਿਹੜਾ ਪਾਰਟ ਹੈ ਨੈਗੇਟਿਵ ਸੈਂਟੈਂਸ, ਉਹ ਕਰ ਰਹੇ ਹਾਂ ਆਪਾਂ। ਅੱਗੇ ਦੇਖੋ, ਅੱਗੇ ਹੈਗਾ ਬਈ ਇੰਟੈਰੋਗੇਟਿਵ ਸੈਂਟੈਂਸ। ਇੰਟੈਰੋਗੇਟਿਵ ਮਤਲਬ ਕੁਐਸਚਨ ਪੁੱਛਣਾ। ਜਿਵੇਂ ਦੇਖੋ ਹੈਲਪਿੰਗ ਵਰਬ ਆ ਗਿਆ ਸਭ ਤੋਂ ਪਹਿਲਾਂ, ਹੈਲਪਿੰਗ ਵਰਬ ਹੈਡ ਆ ਜਾਊਗਾ। ਹੈਲਪਿੰਗ ਵਰਬ ਕੀ ਆ ਜਾਊਗਾ ਬਈ? ਹੈਡ ਆ ਜਾਊਗਾ। ਸਬਜੈਕਟ ਆ ਗਿਆ, ਸਬਜੈਕਟ ਆ ਗਿਆ, ਇਹ ਨਹੀਂ ਆਉਂਦਾ, ਠੀਕ ਹੈ। ਵਰਬ ਦੀ ਥਰਡ ਫਾਰਮ ਆ ਗਈ ਤੇ ਆਬਜੈਕਟ ਆ ਗਿਆ। ਵਰਬ ਦੀ ਥਰਡ ਫਾਰਮ ਆ ਗਈ ਤੇ ਕੀ ਆ ਗਿਆ ਬਈ? ਕੀ ਆ ਗਿਆ? ਆਬਜੈਕਟ ਆ ਗਿਆ। ਲਾਸਟ ਦੇ ਵਿੱਚ ਆ ਗਿਆ ਤੁਹਾਡਾ ਸਾਈਨ ਆਫ ਇੰਟੈਰੋਗੇਸ਼ਨ, ਸਾਈਨ ਆਫ ਇੰਟੈਰੋਗੇਸ਼ਨ। ਜਿਵੇਂ ਹੈਡ ਹੀ ਟੇਕਨ ਟੀ, ਕੀ ਉਹ ਚਾਹ ਪੀ ਚੁੱਕਾ ਸੀ। ਹੈਡ ਯੂ ਗੋਨ ਟੂ ਸਕੂਲ, ਕੀ ਤੁਸੀਂ ਸਕੂਲ ਜਾ ਚੁੱਕੇ ਸੀ, ਠੀਕ ਹੈ ਬੇਟਾ। ਤਾਂ ਇਹ ਹੈਗਾ ਤੁਹਾਡਾ ਹੈਲਪਿੰਗ ਵਰਬ ਪਹਿਲਾਂ ਆ ਗਿਆ, ਸਬਜੈਕਟ ਆ ਗਿਆ, ਵਰਬ ਦੀ ਤੀਜੀ ਫਾਰਮ ਆ ਗਈ ਤੇ ਆਬਜੈਕਟ ਆ ਗਿਆ, ਸਾਈਨ ਆਫ ਇੰਟੈਰੋਗੇਸ਼ਨ ਆ ਗਿਆ। ਇਹਦੇ ਵਿੱਚ ਵੀ ਦੇਖੋ ਹੈਡ ਹੈਲਪਿੰਗ ਵਰਬ, ਹੀ ਸਬਜੈਕਟ, ਟੇਕਨ ਵਰਬ ਦੀ ਤੀਜੀ ਫਾਰਮ ਹੈ, ਤੇ ਨਾਲ ਟੀ ਹੈ ਜਿਹੜਾ ਉਹ ਕੀ ਹੈ ਬਈ? ਆਬਜੈਕਟ ਹੈ। ਸਮਝ ਆਈ ਗੱਲ ਪੁੱਤ?
ठीक है भाई। इंटैरोगेटिव सेंटेंस, ਅੱਗੇ ਆ ਜਾਓ। ਹੁਣ ਨੈਗੇਟਿਵ ਇੰਟੈਰੋਗੇਟਿਵ ਦੇਖੋ ਬਈ। ਨੈਗੇਟਿਵ ਇੰਟੈਰੋਗੇਟਿਵ ਦੇ ਵਿੱਚ ਹੈਲਪਿੰਗ ਵਰਬ ਆ ਗਿਆ ਸਭ ਤੋਂ ਪਹਿਲਾਂ ਬੇਟਾ, ਫਿਰ ਆ ਗਿਆ ਬੇਟਾ ਸਬਜੈਕਟ, ਫਿਰ ਆ ਗਿਆ ਪੁੱਤ ਨੋਟ, ਫਿਰ ਆ ਗਈ ਵਰਬ ਦੀ ਤੀਜੀ ਫਾਰਮ, ਫਿਰ ਆ ਗਿਆ ਬਈ ਓਬਜੈਕਟ। ਠੀਕ ਹੈ, ਤਾਂ ਹੁਣ ਕੀ ਹੈ, ਹੈਡ ਲਾ ਦਿਓ, ਸਬਜੈਕਟ ਲਾ ਦਿਓ, ਨੋਟ ਲਾ ਦਿਓ, ਤੀਜੀ ਫਾਰਮ ਲਾ ਦਿਓ ਵਰਬ ਦੀ, ਤੇ ਨਾਲ ਲਾ ਦਿਓ ਤੁਹਾਡਾ ਓਬਜੈਕਟ। ਠੀਕ ਹੈ, ਦੇਖੋ ਹੈਡ ਹੈਲਪਿੰਗ ਵਰਬ ਹੋ ਗਿਆ, ਦੇ ਸਬਜੈਕਟ ਹੋ ਗਿਆ, ਨਾਵਾਚਕ ਹੈ ਨੋ ਵਰਬ ਦੀ, ਨਾਵਾਚਕ ਹੈ ਤਾਂ ਨੋਟ ਲੱਗ ਗਿਆ, ਗੋ ਔਨ ਥਰਡ ਫਾਰਮ ਸਕੂਲ ਓਬਜੈਕਟ ਹੋ ਗਿਆ ਬਾਈ। ਠੀਕ ਹੈ ਬੇਟਾ, ਅੱਗੇ ਦੇਖੋ। ਹੁਣ ਦੇਖੋ ਬੇਟਾ, ਇਹ ਹੈਗਾ ਤੁਹਾਡਾ ਪਾਸਟ ਪਰਫੈਕਟ ਕੰਟੀਨਿਊਅਸ ਟੈਂਸ। ਪਾਸਟ ਪਰਫੈਕਟ ਕੰਟੀਨਿਊਅਸ ਟੈਂਸ। ਇਹ ਫਿਰ ਦੁਬਾਰੇ ਉਹਦੀ ਫੌਂਟ ਦੀ ਪ੍ਰੋਬਲਮ ਹੈ ਇਹਦੇ ਵਿੱਚ, ਇਹਦੇ ਉੱਤੇ ਉੱਤੇ ਆ ਦੇਖੋ, ਆਹ ਤਾਂ ਮੈਂ ਦੱਸ ਦਿੰਦਾ ਤੁਹਾਨੂੰ। ਦੇਖੋ ਕੀ ਹੈ, ਸਭ ਤੋਂ ਪਹਿਲਾਂ ਇਹਦੀ ਪਹਿਚਾਣ ਕੀ ਹੈ, ਤੋਂ ਰਿਹਾ ਸੀ, ਤੋਂ ਰਿਹਾ ਸੀ, ਤੋਂ ਰਹੀ ਸੀ, ਤੋਂ ਰਹੇ ਸਨ, ਤੋਂ ਰਹੇ ਸਨ, ਸਮਝ ਰਹੇ ਹੋ ਤੁਸੀਂ, ਤੋਂ ਰਹੇ ਸਨ। ਹਾਂ ਠੀਕ ਹੈ ਬਈ, ਤੋਂ ਰਿਹਾ ਸੀ, ਤੋਂ ਰਹੀ ਸੀ, ਤੋਂ ਰਹੇ ਸਨ, ਤੋਂ ਰਹੀਆਂ ਸਨ। ਹਾਂ, ਤੋਂ ਰਹੀਆਂ ਸਨ। ਠੀਕ ਹੈ ਬੇਟਾ, ਦੁਬਾਰੇ ਦੇਖੋ, ਅਸੀਂ ਗੱਲ ਕਰ ਰਹੇ ਹਾਂ ਪਾਸਟ ਪਰਫੈਕਟ ਕੰਟੀਨਿਊਅਸ ਟੈਂਸ ਦੀ। ਪਾਸਟ ਪਰਫੈਕਟ ਕੰਟੀਨਿਊਅਸ ਟੈਂਸ। ਠੀਕ ਹੈ ਬਈ, ਤੋਂ ਰਿਹਾ ਸੀ, ਤੋਂ ਰਹੀ ਸੀ, ਤੋਂ ਰਹੇ ਸਨ, ਤੋਂ ਰਹੀਆਂ ਸਨ, ਤੋਂ ਰਹੀਆਂ ਸਨ। ਠੀਕ ਹੈ ਬਈ, ਇਹ ਤਾਂ ਪੰਜਾਬੀ ਦੀ ਪਹਿਚਾਣ ਹੋ ਗਈ ਪੁੱਤ। ਹੁਣ ਅੱਗੇ ਦੇਖੋ, ਦੇਖੋ ਹੈਡ ਬੀਨ, ਸਬਜੈਕਟ ਤਾਂ ਆਊਗਾ ਹੀ ਆਊਗਾ, ਹੈਡ ਬੀਨ ਆ ਗਿਆ, ਹੈਡ ਬੀਨ ਦੇ ਨਾਲ ਵਰਬ ਦੀ ਪਹਿਲੀ ਫਾਰਮ ਆ ਗਈ, ਪਹਿਲੀ ਫਾਰਮ ਦੇ ਨਾਲ ਇੰਗ ਆ ਗਿਆ। ਠੀਕ ਹੈ ਬਈ, ਹੁਣ ਇਹਦੇ ਵਿੱਚ ਇੱਕ ਨਵੀਂ ਗੱਲ ਕੀ ਜੁੜ ਗਈ, ਸਿੰਸ ਤੇ ਫॉर। ਸਿੰਸ ਤੇ ਫॉर, ਤਾਂ ਦੇਖੋ ਸਭ ਤੋਂ ਦੁਬਾਰੇ ਸੁਣ ਲਓ ਬਈ, ਹੈਡ ਬੀਨ ਵਰਬ ਦੀ ਪਹਿਲੀ ਫਾਰਮ ਦੇ ਨਾਲ ਇੰਗ ਤੇ ਸਿੰਸ ਫॉर ਲੱਗਦਾ ਨਾਲ। ਠੀਕ ਹੈ, ਉੱਪਰ ਵਾਲੇ ਬਾਰੇ ਮੈਂ ਤੁਹਾਨੂੰ ਦੱਸਤਾ। ਅੱਗੇ ਦੇਖੋ ਬੇਟਾ, ਦੇਖੋ ਤਾਂ ਸਬਜੈਕਟ ਪਲੱਸ ਹੈਲਪਿੰਗ ਵਰਬ ਪਲੱਸ ਬੀਨ ਪਲੱਸ ਵਰਬ ਦੀ ਪਹਿਲੀ ਫਾਰਮ ਪਲੱਸ ਇੰਗ ਪਲੱਸ ਓਬਜੈਕਟ ਤੇ ਸਿੰਸ ਫॉर ਬਈ, ਤੇ ਸਿੰਸ ਫॉर। ਤਾਂ ਇੱਥੇ ਤੁਸੀਂ ਪਹਿਲਾਂ ਗੱਲ ਸਮਝੋ ਬਈ ਸਿੰਸ ਫॉर ਬਾਰੇ। ਸਿੰਸ ਜਿਹੜੀ ਸਿੰਸ ਹੈ ਜਿਹੜੀ ਉਹ ਕੀ ਕਹਿੰਦੀ ਹੈ, ਸਿੰਸ ਜਦੋਂ ਪੁਆਇੰਟ ਆਫ ਟਾਈਮ ਦੀ ਤੁਸੀਂ ਗੱਲ ਕਰੋ, ਜਿਵੇਂ 10 ਵਜੇ ਲਿਖਿਆ ਇੱਥੇ 10 AM, ਜਦੋਂ ਤੁਸੀਂ ਪੁਆਇੰਟ ਆਫ ਟਾਈਮ ਦੀ ਗੱਲ ਕਰੋ, ਤਾਂ ਜਦੋਂ ਪੁਆਇੰਟ ਆਫ ਟਾਈਮ ਦੀ ਗੱਲ ਕਰੋਗੇ ਤਾਂ ਸਿੰਸ ਲੱਗੂਗਾ। ਠੀਕ ਹੈ, ਜੇ ਤੁਸੀਂ ਕਰੋਗੇ ਪੀਰੀਅਡ ਆਫ ਟਾਈਮ ਦੀ ਗੱਲ, ਜਿਵੇਂ 5 ਮਿੰਟ 10 ਮਿੰਟ 20 ਮਿੰਟ ਘੰਟਾ, ਤਾਂ ਉੱਥੇ ਫॉर ਲੱਗਦਾ ਸੀਗਾ। ਚਲੋ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਤਾਂ ਦੇਖੋ, ਸ਼ੀ ਹੈਡ ਬੀਨ ਰੀਡਿੰਗ ਅ ਲੈਸਨ ਸਿੰਸ 10 AM, ਉਹ 10 ਵਜੇ ਤੋਂ ਇੱਕ ਲੈਸਨ ਪੜ੍ਹ ਰਹੀ ਸੀ, ਇੱਕ ਪਾਠ ਪੜ੍ਹ ਰਹੀ ਸੀ। ਠੀਕ ਹੈ ਬਈ, ਤਾਂ ਤੁਸੀਂ ਗੱਲ ਸਮਝ ਗਏ ਹੋਵੋਗੇ। ਦੇਖੋ ਸਬਜੈਕਟ ਲੱਗਿਆ, ਹੈਲਪਿੰਗ ਵਰਬ ਬੀਨ ਲੱਗ ਗਿਆ ਨਾਲ, ਰੀਡਿੰਗ ਵਰਬ ਦੀ ਪਹਿਲੀ ਫਾਰਮ ਦੇ ਨਾਲ ਇੰਗ ਲੱਗ ਗਈ, ਇਹ ਲੈਸਨ ਓਬਜੈਕਟ ਹੋ ਗਿਆ ਪੁੱਤ, ਤੇ ਆਹ ਹੋ ਗਿਆ ਤੁਹਾਡਾ ਸਿੰਸ ਫॉर। ਸਿੰਸ ਲੱਗਿਆ ਇੱਥੇ ਕਿਉਂਕਿ 10 AM ਦੀ ਗੱਲ ਕੀਤੀ ਹੈ, ਪੁਆਇੰਟ ਆਫ ਟਾਈਮ ਦੀ ਗੱਲ ਕੀਤੀ ਹੈ, ਤਾਂ ਇੱਥੇ ਕੀ ਲੱਗ ਗਿਆ ਪੁੱਤ, ਸਿੰਸ ਲੱਗ ਗਿਆ। ਅੱਗੇ ਦੇਖੋ, ਦੇਖੋ ਬੇਟਾ, ਦੇਖੋ ਯੂਜ਼ ਆਫ ਸਿੰਸ
पॉइंट ऑफ टाइम, ठीक है। पॉइंट ऑफ टाइम देखो दसता तुहानू, शी हैड बीन रीडिंग ए लैसन सिंस 10 AM, देखो सिंस लगे 10 AM लगे, पॉइंट ऑफ टाइम है ये, तो पॉइंट ऑफ टाइम है ਤਾਂ करके की लगे इत्थे सिंस लगे, ठीक है बेटा। ये तुसीं दसता तुहानू मैं पहला, ठीक है। अगे चलते हैं ਆਪਾਂ, अगे देखो बेटा, हुण देखो यूज ऑफ फॉर, पीरियड ऑफ टाइम, यूज ऑफ फॉर ते पीरियड ऑफ टाइम। ਤਾਂ देखो ये देखो ਉਹੀ ਜਿਹੜਾ ਸੈਂਟੈਂਸ ਹੈ ਉਹ ਸੇਮ ਹੈ, ਦੇਖੋ ਸ਼ੀ ਹੈਡ ਬੀਨ ਰੀਡਿੰਗ ਅ ਲੈਸਨ ਫਾਰ 2 ਆਵਰਸ, ਦੇਖੋ ਉੱਥੇ 10 AM ਲੱਗਿਆ ਸੀਗਾ, ਉੱਥੇ ਪੁਆਇੰਟ ਆਫ ਟਾਈਮ ਸੀਗਾ, ਇੱਥੇ ਪੀਰੀਅਡ ਆਫ ਟਾਈਮ ਦੀ ਗੱਲ ਕੀਤੀ ਹੈ, ਜਿਵੇਂ 2 ਘੰਟੇ। ਤਾਂ ਜਦੋਂ ਪੀਰੀਅਡ ਆਫ ਟਾਈਮ ਦੀ ਗੱਲ ਕੀਤੀ ਜਾਵੇ ਪੁੱਤ, ਤਾਂ ਉੱਥੇ ਕੀ ਲਾਓਗੇ ਤੁਸੀਂ, ਫॉर ਲਾਓਗੇ। ਮੈਨੂੰ ਲੱਗਦਾ ਤੁਹਾਨੂੰ ਗੱਲ ਸਮਝ ਆ ਗਈ ਹੋਊਗੀ। ਸ਼ੀ हैड बीन रीडिंग अ लैसन फॉर 2 आवर्स, ठीक है। ਉਹ 2 ਘੰਟਿਆਂ ਤੋਂ ਇੱਕ ਪਾਠ ਪੜ੍ਹ ਰਹੀ ਹੋਵੇਗੀ, ਨਹੀਂ ਆਪਣਾ हाँ जी बेटा। ਤਾਂ देखो नहीं ਹੋਵੇਗੀ नहीं ਬਈ, ਇਹ ਗਲਤ ਹੋ ਗਿਆ। ਤਾਂ ਇਹ ਕੀ ਹੋਊਗਾ ਪੁੱਤ, हैड बीन रीडिंग ए लैसन फॉर 2 आवर्स, ਤਾਂ ਉਹ 2 ਘੰਟਿਆਂ ਤੋਂ ਇੱਕ ਪਾਠ ਪੜ੍ਹ ਰਹੀ ਸੀ, ਪੜ੍ਹ ਰਹੀ ਸੀ ਆਊਗਾ ਬਈ। ਉਹ ਗਲਤੀ ਨਾਲ ਹੋ ਗਿਆ ਥੋੜਾ ਜਿਹਾ, ਦੂਜੇ ਪਾਸੇ ਵਾਗੇ ਸੀਗੇ। ਤਾਂ ਦੇਖੋ ਹੁਣ ਅੱਗੇ ਦੇਖੋ ਬੇਟਾ, ਨੈਗੇਟਿਵ ਦੇ ਵਿੱਚ ਦੇਖੋ ਬੇਟਾ, ਸਬਜੈਕਟ ਪਲੱਸ, ਹਾਂ ਹੁਣ ਦੇਖੋ ਨੋਟ ਕਿੱਥੇ ਲਾਉਣਾ, ਹੈਡ ਤੋਂ ਬਾਅਦ ਨੋਟ ਲਾਉਣਾ ਭਾਈ, हैड तो बाद नॉट बाद च बीन लाऊगा, ठीक है। वी हैड नॉट बीन टेकिंग टी, वी हैड नॉट बीन टेकिंग टी। तो ये भी देखो अगे हैड तो बाद नॉट लगे, ठीक है। तो देखो फॉर 30 सेकंड मिनट लिखे, क्योंकि पीरियड ऑफ टाइम है तो मिनट लगे, ठीक है भाई। अगे देखो फॉर लगे, ਤਾਂ ਫॉर ਲੱਗਿਆ ਬਈ। ਅੱਗੇ ਬਈ ਹੈਗਾ ਬੇਟਾ ਇੰਟੈਰੋਗੇਟਿਵ, ਤਾਂ ਇੰਟੈਰੋਗੇਟਿਵ ਵਿੱਚ ਕੀ ਹੈ, ਇਹਦੇ ਵਿੱਚ ਕੀ ਹੈ, ਤੁਸੀਂ ਹੈਡ ਪਹਿਲਾਂ ਲਾ ਲਓਗੇ। ਦੇਖੋ हैड वी बीन टेकिंग टी सिंस मॉर्निंग, सिंस मॉर्निंग सिंस लगे, मॉर्निंग मॉर्निंग मतलब पॉइंट ऑफ टाइम है, पॉइंट ऑफ टाइम के नाल सिंस लगूगा बई, ठीक है। तो ये देखो हैड ही बीन टेकिंग एक्सरसाइज फॉर 30 मिनट, तो 30 मिनट लगे, इट मीनस की है बई पीरियड ऑफ टाइम है, ठीक है। तो ये फॉर लगे, इत्थे की सीगा बेटा, आ देखो मॉर्निंग ये पॉइंट ऑफ टाइम सीगा, तो इत्थे की लगे सिंस लगे, ये है बेटा पीरियड ऑफ टाइम 30 मिनट, तो इत्थे की लगे फॉर लगे, ठीक है बेटा। ओके अगे देखते हैं बेटा, ਹੁਣ देखो नैगेटिव इंटैरोगेटिव है, नैगेटिव इंटैरोगेटिव ਦੇ ਵਿੱਚ ਕੀ ਹੈ, ਇਹਦੇ ਵਿੱਚ ਕੀ ਹੈ ਪੁੱਤ, ਹੈਲਪਿੰਗ ਵਰਬ, ਹੈਲਪਿੰਗ ਵਰਬ ਆ ਗਿਆ, ਸਬਜੈਕਟ ਆ ਗਿਆ, ਫਿਰ ਨੋਟ ਆ ਗਿਆ, ਫਿਰ ਬੀਨ ਆ ਗਿਆ ਬਈ। ਉਸੇ ਤਰ੍ਹਾਂ ਬਾਕੀ ਵਰਬ ਦੀ ਪਹਿਲੀ ਫਾਰਮ ਹੈ ਇੰਗ ਲੱਗੇ ਤੇ ਆਬਜੈਕਟ ਲੱਗੇ, ਠੀਕ ਹੈ ਪੁੱਤ। ਇਹਦੇ ਵਿੱਚ ਦੇਖੋ ਤੁਸੀਂ हैड वी नॉट बीन टेकिंग टी सिंस मॉर्निंग, ठीक है पुत्त। बीन तो पहला नॉट लग जूगा, सिंस मॉर्निंग मॉर्निंग की है पॉइंट ऑफ टाइम है, तो की लग गया सिंस लग गया, तो की लग गया पुत्त सिंस लग गया। अगे फिर देखो हैड ही बीन टेकिंग एक्सरसाइज फॉर 30 मिनट, देखो फॉर लग गया क्योंकि पीरियड ऑफ टाइम है, क्योंकि की है बई पीरियड ऑफ टाइम। हाँ जी अगला टेंस है जोड़ा पुत्त वो प्रेजेंट टेंस है, ये टेंस आप अगली दूजी वीडियो के करांगे, ठीक है। उम्मीद है तुहानू पता लग जे, तो एक ध्यान रखियो, पॉज करके देख लिया करो, फिर भी ना पता लगे तुहानू
ਆ ਦੇਖੋ, ਮੈਂ ਤੁਹਾਨੂੰ ਨੰਬਰ ਲਿਖ ਦਿੰਦਾ ਮੇਰਾ। ਠੀਕ ਹੈ, ਵੈਸੇ ਤਾਂ ਤੁਹਾਡੇ ਸਾਰਿਆਂ ਕੋਲੇ ਨੰਬਰ ਹੈਗਾ ਹੈ, ਪਰ ਫਿਰ ਵੀ ਕੋਈ ਪ੍ਰੋਬਲਮ ਆਵੇ, ਤੁਸੀਂ ਜਦੋਂ ਵੀ ਤੁਹਾਡਾ ਟਾਈਮ ਲੱਗੇ, ਠੀਕ ਹੈ, ਜਿਸ ਵੇਲੇ ਵੀ ਲੱਗੇ, ਤੁਸੀਂ ਇਹ ਨੰਬਰ 'ਤੇ ਕਾਲ ਕਰਨੀ ਹੈ ਮੈਨੂੰ। ਠੀਕ ਹੈ, ਪੁੱਛ ਲੈਣਾ ਵੀ ਇੱਥੇ ਕੀ ਆਇਆ ਜੀ। ਠੀਕ ਹੈ ਬੇਟਾ, ਬਾਕੀ ਅਗਲਾ ਪਾਰਟ ਹੈ ਜਿਹੜਾ ਪ੍ਰੈਜ਼ੈਂਟ ਟੈਂਸ ਦਾ ਆਪਾਂ ਕਰਾਂਗੇ। ਬਹੁਤ ਬਹੁਤ ਮਿਹਰਬਾਨੀ। ਘਰੇ ਬੈਠੇ ਹੋ, ਠੀਕ ਹੈ, ਸਾਰਾ ਕੰਮ ਨਿਬੇੜ ਲਓ। ਪੜ੍ਹਾਈ ਪੱਖੋਂ ਜੇ ਨਹੀਂ ਤੁਹਾਡੇ ਕੋਲੇ ਮੰਨ ਲਓ ਮੋਬਾਈਲ ਨਹੀਂ ਹੈਗਾ, ਤਾਂ ਇਹ ਨਹੀਂ ਸੋਚਣਾ ਵੀ ਮੇਰੇ ਕੋਲ ਤਾਂ ਮੋਬਾਈਲ ਨਹੀਂ ਹੈਗਾ, ਮੈਂ ਕਿਵੇਂ ਕਰਾਂ। ਤੁਸੀਂ ਕਿਸੇ ਤੋਂ ਕਾਪੀ ਲੈ ਲਓ। ਠੀਕ ਹੈ, ਫੇਰ ਵੀ ਤੁਹਾਨੂੰ ਕਾਪੀ ਨਹੀਂ ਮਿਲਦੀ ਤਾਂ ਤੁਸੀਂ ਮੈਨੂੰ ਫੋਨ ਕਰੋ, ਤੁਹਾਡੇ ਕੋਲੇ ਨੋਟਿਸ ਪਹੁੰਚਣਗੇ। ਠੀਕ ਹੈ, ਟਾਈਪ ਕੀਤੇ ਹੋਏ ਨੋਟਸ ਹੈਗੇ ਨੇ, ਉਹ ਤੁਹਾਨੂੰ ਮੈਂ ਘਰੇ ਆ ਕੇ ਦੇ ਜੂ। ਜੇ ਤੁਸੀਂ ਸਕੂਲ 'ਚ ਨਹੀਂ ਆ ਸਕਦੇ ਤਾਂ ਜਿੱਥੇ ਮੈਨੂੰ ਕਹੋਗੇ ਤੁਸੀਂ, ਮੈਂ ਦੇ ਜੂੰਗਾ। ਠੀਕ ਹੈ ਬਈ, ਪਰ ਤੁਹਾਡਾ ਕੰਮ ਹੋਣਾ ਚਾਹੀਦਾ। ਠੀਕ ਹੈ ਬੇਟਾ, ਓਕੇ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਇਹਨੂੰ ਧਿਆਨ ਨਾਲ ਦੇਖੋ।